Hello दोस्तों, welcome to Siddhi Punjab. Today we are going to discuss the current affairs related to 2nd and 3rd November. आगे बढ़ने तो पहला I would like to inform you about various programs that we are already running. ਤਾਂ ਤੁਸੀਂ ਅਗਰ ਪੰਜਾਬ PCS ਦੇ ਸਾਰੇ ਸਿਲੇਬਸ ਦੀ ਡੈਡੀਕੇਟਿਡ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਰਿਵੀਜ਼ਨ ਜਿਹੜੀ ਹੈ ਇੰਟੈਕਟ ਹੋਵੇ। ਦੇਖੋ ਪੇਪਰ ਦਾ ਹਮੇਸ਼ਾ अंदाजा लगाया जाता है कि कद आएगा बट हजे तक कोई कंक्रीट इन्फॉर्मेशन नहीं मिल पाई है कि कद आएगा। बट अपनी ड्यूटी क्या है, पेपर आन तो पहला वी शुड बी फुली प्रिपेयर्ड। ਰਾਈਟ ਦਿਸ ਇਜ਼ ਵਾਟ ਵੀ ਕੈਨ ਇਨਸ਼ੋਰ ਐਜ਼ ਐਨ ਐਸਪੀਰੈਂਟ। ਇਹ ਨਾ ਹੋਵੇ ਕਿ ਕੱਲ ਨੂੰ ਪੇਪਰ ਵੀ ਆ ਜਾਏ ਤੇ ਤੁਹਾਡਾ ਕਲੀਅਰ ਵੀ ਨਾ ਹੋਵੇ। ਰਾਈਟ ਹੁਣ ਤਾਂ ਤੁਸੀਂ ਪੇਪਰ ਡੇਟ ਨੋਟੀਫਿਕੇਸ਼ਨ ਇਹਦੀਆਂ ਗੱਲਾਂ ਕਰਦੇ ਹੋ ਬਟ ਤੁਹਾਡਾ ਕ੍ਰੈਕ ਵੀ ਨਾ ਹੋਵੇ ਲੇਟਰ। so make sure that you have completed the syllabus and after that you are also writing a dedicated test series ताकि जिन्ना syllabus ਤੁਸੀਂ ਕਵਰ ਕੀਤਾ ਉਹਨੂੰ ਰੈਗੂਲਰਲੀ ਰਿਵਾਈਜ਼ ਵੀ ਕਰੋ, ਇੰਪਲੀਮੈਂਟ ਵੀ ਕਰੋ। ਰਾਈਟ ਸੋ ਜਿਵੇਂ ਇਹ ਤਾਂ ਉਹੀ ਗੱਲ ਹੋ ਗਈ ਕਿ ਤੁਸੀਂ ਡਰਾਈਵਿੰਗ ਸਕੂਲ 'ਚ ਕਾਰ ਚਲਾਉਣਾ ਤਾਂ ਸਿੱਖ ਲਿਆ, ਉਹ ਤੋਂ ਬਾਅਦ ਪ੍ਰੈਕਟਿਸ ਕੀਤੀ ਨਹੀਂ, ਫਿਰ ਕਾਰ ਆਏਗੀ, ਰਿਜ਼ਲਟਸ ਆਣਗੇ, ਵਿਲ ਯੂ ਬੀ ਏਬਲ ਟੂ ਡਰਾਈਵ ਦ ਕਾਰ? ਨੋ ਨਾ। ਇਹ ਵੀ ਉਹੀ ਮੈਥਡ ਹੈ ਕਿ ਤੁਸੀਂ ਪੜ੍ਹੀ ਜਾ ਰਹੇ ਹੋ, ਅਗਰ ਤੁਸੀਂ ਆਪਦੇ ਆਪ ਨੂੰ ਟੈਸਟ ਨਹੀਂ ਕਰਦੇ, ਪ੍ਰੈਕਟਿਸ ਨਹੀਂ ਕਰਦੇ ਟੈਸਟ ਦੇ ਥਰੂ, ਇਟ ਇਜ਼ ਹਾਰਡ ਟੂ ਗੈਟ ਦੀ ਰਿਜ਼ਲਟਸ। ਰਾਈਟ ਸੋ ਡੂ ਕੰਸੀਡਰ this test series dedicatedly for Punjab PCS। 4 ਤੋਂ 5 ਮਹੀਨੇ ਟੈਸਟ ਸੀਰੀਜ਼ ਚੱਲੇਗੀ, ਤੁਹਾਡੀ ਪੂਰੀ ਰਿਵੀਜ਼ਨ ਵੀ ਕਰਾਏਗੀ। ਸੋ ਡੂ ਨਾਟ ਡੀਲੇ ਇਟ। ਪਤਾ ਨਹੀਂ ਨੋਟੀਫਿਕੇਸ਼ਨ ਕਦ ਵੀ ਆ ਜਾਏ, ਯੂ ਸ਼ੁਡ ਬੀ ਰੈਡੀ ਬਿਫੋਰ ਦੀ ਨੋਟੀਫਿਕੇਸ਼ਨ। that is the aim of the test series। ਠੀਕ ਹੈ ਜੀ। ਉਸ ਤੋਂ ਬਾਅਦ ਬਹੁਤ ਬੱਚੇ ਕਨਫਿਊਜ਼ ਰਹਿੰਦੇ ਹੈ, ਬਹੁਤ ਬੱਚੇ ਦੇਖੋ ਫੇਲੀਅਰ ਦਾ ਵੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਫੇਲੀਅਰ ਨਾਲ ਨੈਗੇਟਿਵ ਸੈਂਟੀਮੈਂਟ ਜੁੜਿਆ ਹੋਇਆ ਹੈ। ਆਈ ਡੂ ਨਾਟ ਸੇ ਫੇਲੀਅਰ ਬਟ ਮਲਟੀਪਲ ਅਟੈਂਪਟਸ ਬੱਚਿਆਂ ਨੂੰ ਦੇਣੇ ਪੈ ਰਹੇ ਨੇ, ਜਾਂ ਇਹੋ ਜਿਹੇ ਬਹੁਤ ਬੱਚੇ ਹੈ ਜਿਨ੍ਹਾਂ ਦਾ ਕੋਈ ਬੈਕਗਰਾਉਂਡ ਨਹੀਂ ਹੁੰਦਾ ਸਿਵਲ ਸਰਵਿਸਿਜ਼ 'ਚ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਸਿਬਲਿੰਗਸ, ਜਾਂ ਉਹਨਾਂ ਨੂੰ ਬਹੁਤ ਲਿਟਲ ਇਨਫੋਰਮੇਸ਼ਨ ਹੁੰਦੀ ਹੈ ਅਬਾਊਟ ਦਿਸ ਐਗਜ਼ਾਮ, ਹਾਊ ਟੂ ਕਰੈਕ ਦਿਸ ਐਗਜ਼ਾਮ, ਕਰਨਾ ਕਿਵੇਂ ਹੈ, ਹਰ ਚੀਜ਼ ਜਿਹੜੀ ਆਪਾਂ ਰਿਕੁਆਇਰਡ ਹੈ। ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਇਹੋ ਜਿਹੇ ਮੈਂਟਰ ਨਾਲ ਜੁੜੇ ਰਹੋ ਕਿ ਤੁਹਾਨੂੰ ਥੋੜੀ ਇਨਫੋਰਮੇਸ਼ਨ ਰਹੇ, ਤੁਹਾਨੂੰ ਕੋਈ ਦਿੱਕਤ ਆਵੇ ਤਾਂ ਤੁਸੀਂ ਪੁੱਛ ਸਕੋ। ਰਾਈਟ ਦੈਟ ਇਜ਼ ਵਾਟ ਵੀ ਇੰਟੈਂਡ ਟੂ ਡੂ ਵਿਦ ਦਿਸ ਕਰਨਾ ਕੈਸੇ ਹੈ ਪ੍ਰੋਗਰਾਮ। ਇਸ 'ਚ ਇਹੀ ਸਭ ਚੀਜ਼ਾਂ ਡਿਸਕਸ ਕੀਤੀਆਂ ਗਈਆਂ ਹੈ। ਤੁਸੀਂ ਪ੍ਰੈਪਰੇਸ਼ਨ ਤਿਆਰੀ ਸ਼ੁਰੂ ਕਿਵੇਂ ਕਰਨੀ ਹੈ, ਵੇਰੀਅਸ ਲੈਵਲਸ ਆਫ ਐਗਜ਼ਾਮੀਨੇਸ਼ਨ, ਸਾਰੇ ਸਬਜੈਕਟਸ ਪੜ੍ਹਨੇ ਕਿਵੇਂ ਨੇ, ਪੋਲਿਟੀ ਹੋ, ਹਿਸਟਰੀ ਹੋਵੇ, ਨਿਊਜ਼ਪੇਪਰਸ ਹੋਣ, ਮੈਗਜ਼ੀਨਸ ਹੋਣ, ਉਹਨਾਂ ਦੇ ਸ਼ਾਰਟ ਨੋਟਸ ਕਿਵੇਂ ਬਣਾਉਣੇ ਨੇ, ਫਿਰ ਨੋਟਸ ਨੂੰ ਰਿਵਾਈਜ਼ ਕਿਵੇਂ ਕਰਨਾ, ਐਵਰੀਥਿੰਗ ਇਜ਼ ਡਿਸਕਸਡ ਇਨ ਡਿਟੇਲ ਇਨ ਦਿਸ course। so ਇਹਨੂੰ ਵੀ ਕੰਸੀਡਰ ਕਰੋ। this will help you streamline your preparation। right I'll be there all time to handle your doubts whenever you face any issue। ਰਾਈਟ ਉਸ ਤੋਂ ਬਾਅਦ ਕਰੰਟ ਅਫੇਅਰਸ ਦਾ ਕੰਬੋ ਪੈਕੇਜ ਬਣ ਚੁੱਕਿਆ ਹੈ। ਇਹਨਾਂ ਸਾਰੇ ਕੋਰਸਿਸ ਨੂੰ ਐਕਸੈਸ ਕਰਨ ਲਈ ਜਸਟ ਗੋ ਟੂ www.siddhipunjab.com। ਸਾਡੀ ਵੈਬਸਾਈਟ ਤੇ ਜਾਓਗੇ, ਟੌਪ ਤੇ ਤੁਹਾਨੂੰ ਕਾਫੀ ਆਪਸ਼ਨ ਮਿਲਣਗੇ, ਉਸ ਕੋਰਸਿਸ ਵਾਲੇ ਸੈਕਸ਼ਨ ਵਿੱਚ ਜਾਣਾ ਹੈ। ਰਾਈਟ ਸੋ ਕੋਰਸਿਸ ਦੇ ਵਿੱਚ ਮੈਂਟਰਸ਼ਿਪ ਪ੍ਰੋਗਰਾਮ ਹੋਏਗਾ, ਯੂ ਵਿਲ ਗੈਟ ਕਰਨਾ ਕੈਸੇ ਹੈ ਪ੍ਰੋਗਰਾਮ, ਟੈਸਟ ਸੀਰੀਜ਼ ਹੋਏਗੀ, ਲੇਟੈਸਟ ਟੈਸਟ ਸੀਰੀਜ਼ ਤੁਸੀਂ ਇਹ ਵਾਲੀ ਸੈਪਟੈਂਬਰ 'ਚ ਸ਼ੁਰੂ ਹੋਈ ਸੀ, ਇਹਨੂੰ ਯੂਜ਼ ਕਰ ਸਕਦੇ ਹੋ। ਐਂਡ ਦੈਨ ਕੋਰਸਿਸ 'ਚ ਜਾ ਕੇ ਤੁਸੀਂ ਅਗਰ ਪੈਕੇजेस ਤੇ ਕਲਿੱਕ ਕਰੋਗੇ, ਯੂ ਵਿਲ ਗੈਟ ਦਿਸ ਕਰੰਟ ਅਫੇਅਰ ਪੈਕੇਜ ਆਲਸੋ। ਰਾਈਟ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਡਾਊਟ ਹੋਵੇ, ਜਸਟ ਮੈਸੇਜ ਅਸ ਔਨ ਦਿਸ ਨੰਬਰ, ਵਿਲ ਬੀ ਦੇयर ਟੂ ਹੈਲਪ ਯੂ। ਅਸੀਂ ਲਿੰਕਸ ਸ਼ੇਅਰ ਕਰ ਦਾਂਗੇ, ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ, ਵਿਲ ਬੀ ਦੇयर ਟੂ ਹੈਲਪ ਯੂ। ਚਾਹੇ ਟੈਲੀਗ੍ਰਾਮ ਕਰੋ, ਚਾਹੇ WhatsApp ਕਰੋ, ਡੂ ਟਰਾਈ ਟੂ ਕਨੈਕਟ ਵਿਦ ਅਸ ਇਫ ਯੂ ਹੈਵ ਐਨੀ ਇਸ਼ੂ। ਰਾਈਟ ਨਾਓ ਲੈਟਸ ਗੈਟ ਇਨਟੂ ਦ ਡਿਸਕਸ਼ਨ। 5 ਟੌਪਿਕਸ, 5 ਤੋਂ 6 ਟੌਪਿਕਸ ਆਪਾਂ ਕਰਨ ਵਾਲੇ हैं। छोटे छोटे टॉपिक्स है बट एज एग्जाम्पल्स, एज डेटा ये ਜਿਹੜੇ ਆ ਕਾਫੀ ਯੂਜ਼ ਆਣਗੇ, ਇਸ ਲਈ ਇਹ ਆਪਾਂ ਸਾਰੇ ਡਿਸਕਸ ਕਰਾਂਗੇ। ਇੰਡੀਆ UAE ਰਿਲੇਸ਼ਨਸ ਤੇ ਨਵੀਂ ਡਿਵੈਲਪਮੈਂਟ ਹੈ, ਇਹਨੂੰ ਕਰ ਲਵਾਂਗੇ। IR ਦੇ ਪਰਸਪੈਕਟਿਵ ਤੋਂ ਕੁਐਸਚਨ ਆ ਸਕਦਾ ਹੈ। ਦੈਨ ਅਗੇਨ ਇੰਡੀਆ ਸਿੰਗਾਪੁਰ ਦਾ ਡਿਫੈਂਸ ਟਾਈਜ਼ 'ਚ ਕੁਝ ਡਿਵੈਲਪਮੈਂਟ ਹੋਈ ਆ ਹੈ, ਉਹਨੂੰ ਛੋਟਾ ਜਿਹਾ ਦੇਖ ਲਵਾਂਗੇ। ਕੈਨ ਬੀ ਰਿਟਨ ਇਨ ਮਲਟੀਪਲ ਟਾਈਪ ਆਫ ਕੁਐਸਚਨਸ। ਉਸ ਤੋਂ ਬਾਅਦ ਚਾਈਲਡ ਮੈਰਿਜਸ ਇੱਕ ਬਹੁਤ ਹੀ ਵੱਡਾ ਇਸ਼ੂ ਹੈ ਜਿਹੜਾ ਅੱਜ ਦਾ ਇੰਡੀਆ ਵੀ ਫੇਸ ਕਰਦਾ ਹੈ। ਰਾਈਟ ਤੋਂ ਇਹ ਤੇ ਆਪਾਂ ਕੁਰੂਕਸ਼ੇਤਰਾ ਦੀ ਕੇਸ ਸਟੱਡੀ ਦੇਖ ਲਵਾਂਗੇ। ਰਾਈਟ ਉਸ ਤੋਂ ਬਾਅਦ ਮਹੂਆ ਮਹਿਰੋਤਰਾ ਦਾ ਕਾਫੀ ਇੰਪੋਰਟੈਂਟ ਕੇਸ ਚੱਲ ਰਿਹਾ ਹੈ। ਆਪਾਂ ਨੂੰ ਕੇਸ 'ਚ ਤਾਂ ਇੰਨਾ ਕੋਈ ਖਾਸ ਜ਼ਰੂਰਤ ਨਹੀਂ ਹੈ ਬਟ what is important for us to know is ethics committee। ਸੋ ਕਿਉਂਕਿ ਇਹ ਇੰਨਾ ਨਿਊਜ਼ 'ਚ ਆ ਰਿਹਾ ਹੈ ਤਾਂ ਇਹ ਪ੍ਰੀਲਿਮਸ ਤੇ ਮੇਨਸ 'ਚ ਆਉਣ ਦੀ ਸੰਭਾਵਨਾ ਕਾਫੀ ਹਾਈ ਹੈ। ਮੇਨਸ 'ਚ ਮਹੂਆ ਮਹਿਰੋਤਰਾ ਦਾ ਕੇਸ ਐਜ਼ ਐਨ ਐਗਜ਼ਾਮਪਲ ਕੋਟ ਕੀਤੀ ਜਾ ਸਕਦੀ ਹੈ। ਪ੍ਰੀਲਿਮਸ ਦੇ ਲਈ ਆਪਾਂ ਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹ ਅੱਜ ਆਪਾਂ ਦੇਖਾਂਗੇ। ਰਾਈਟ ਉਸ ਤੋਂ ਬਾਅਦ ਯੂਨੈਸਕੋ ਨੇ ਟਾਈਟਲਸ ਦਿੱਤੇ ਆਪਣੀ 2 ਸਿਟੀਜ਼ ਨੂੰ, ਇਹਨੂੰ ਵੀ ਦੇਖ ਲਵਾਂਗੇ, ਪ੍ਰੀਲਿਮਸ 'ਚ ਪੁੱਛਿਆ ਜਾ ਸਕਦਾ ਹੈ। ਐਂਡ ਫਾਈਨਲੀ ਮੈਸਿਵ ਡਾਟਾ ਬ੍ਰੀਚ ਹੈਜ਼ ਬੀਨ ਵਿਟਨੈਸਡ ਇਨ ਆਫ ਦੀ ਇੰਡੀਅਨ ਸਿਟੀਜ਼ਨਸ, ਇਹਨੂੰ ਵੀ ਆਪਾਂ ਡਿਟੇਲ 'ਚ ਦੇਖ ਲਵਾਂਗੇ।
ਰਾਈਟ। ਸੋ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਵਰ ਚੈਨਲ ਵਿਦ ਐਜ਼ ਮੈਨੀ ਐਸਪੀਰੈਂਟਸ ਐਜ਼ ਯੂ ਕੈਨ, ਤਾਂ ਕਿ ਸਾਡਾ ਚੈਨਲ ਜੋ ਹੈ ਅੱਗੇ ਵੱਧ ਸਕੇ, ਅਸੀਂ ਤੁਹਾਨੂੰ ਹੋਰ ਕੁਆਲਿਟੀ ਕੰਟੈਂਟ ਡਿਫਰੈਂਟ ਪ੍ਰੋਗਰਾਮਸ ਕੋਰਸਿਸ ਜਿਹੜੇ ਹੈ ਲਾਂਚ ਕਰ ਸਕੇ। ਅਗਰ ਤੁਸੀਂ ਕੋਈ ਸਪੈਸੀਫਿਕ ਕੋਰਸ ਵੀ ਚਾਹੁੰਦੇ ਹੋ ਜਿਹੜਾ ਕਿ ਹਜੇ ਅਸੀਂ ਨਹੀਂ ਚਲਾ ਰਹੇ, ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਸੋ ਦੈਟ ਵੀ ਨੋ ਯੋਰ ਰਿਕੁਆਇਰਮੈਂਟ ਐਂਡ ਉਹਦੇ ਅਕੋਰਡਿੰਗਲੀ ਅਸੀਂ ਕੋਰਸ ਜਿਹੜਾ ਹੈ ਤੁਹਾਡੇ ਲਈ ਡਿਜ਼ਾਈਨ ਕਰ ਸਕਦੇ ਹਾਂ। right? Mains da hove, prelims da hove, koi subject specific course hove, whatever you want, just message us. We'll try to do it for you, right? Let's see first news. India UAE tie up for knowledge exchange. So India UAE ਦੀ ਅਗਰ ਤੁਸੀਂ overall relations ਦੇਖੋ ਕਾਫੀ ਅੱਛੇ ਹੈ। UAE, I hope you know where is UAE. Just check the map ਅਗਰ ਅੱਜ ਤੱਕ ਨਹੀਂ ਪਤਾ ਹੈ। ਦੁਬਈ ਤੁਸੀਂ ਬਹੁਤ ਸੁਣਿਆ ਹੋਣਾ ਹੈ। That is one of the most famous cities of UAE, right? UAE country ਹੈ, ਦੁਬਈ is a city ਕਹਿ ਸਕਦੇ ਹੋ ਤੁਸੀਂ within UAE, ਰਾਈਟ। ਸੋ ਸਾਡੇ ਰਿਲੇਸ਼ਨਸ ਜਿਹੜੇ ਆ UAE ਨਾਲ ਕਾਫੀ ਜ਼ਿਆਦਾ ਇੰਪਰੂਵ ਹੋ ਰਹੇ ਹੈ। ਆਲਰੇਡੀ ਟ੍ਰੇਡ ਜਿਹੜਾ ਹੈ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੈ। ਤੁਸੀਂ ਦੇਖੋ ਬਹੁਤ ਸਾਰੀ ਤੁਹਾਡੇ ਘਰ 'ਚ ਖਾਣ ਪੀਣ ਦਾ ਇਹੋ ਜਿਹਾ ਸਮਾਨ ਆਉਂਦਾ ਹੈ ਜਿਹੜਾ ਡਾਇਰੈਕਟਲੀ ਮੇਡ ਇਨ ਦੁਬਈ ਹੁੰਦਾ ਹੈ, ਰਾਈਟ। ਕਦੀ ਡੇਟਸ ਤੇ ਦੇਖੋ, ਡਰਾਈ ਫਰੂਟ, ਸਪੈਸ਼ਲੀ ਡਰਾਈ ਫਰੂਟ ਆਈਟਮਸ ਜਾਂ ਇਹੋ ਜਿਹੀ ਕੁਛ ਆਈਟਮਸ, ਪਰਫਿਊਮਸ ਵਗੈਰਾ, ਇਹ ਡਾਇਰੈਕਟਲੀ ਉੱਥੋਂ ਆ ਰਹੇ ਆ। ਤਾਂ ਆਪਣਾ ਕਾਫੀ ਜ਼ਿਆਦਾ ਕਸਟਮਸ ਜਾਂ ਟੈਕਸਿਸ ਜਿਹੜੇ ਆਪਾਂ ਘਟਾ ਕੇ UAE ਤੋਂ ਪ੍ਰੋਡਕਟ ਜਿਹੜੇ ਇੰਪੋਰਟ ਕਰ ਰਹੇ ਹਾਂ, ਇਸ ਲਈ ਟ੍ਰੇਡ ਟਾਈਜ਼ ਬਹੁਤ ਸਟਰੋਂਗ ਹੈ। ਟੂਰਿਜ਼ਮ ਆਬਵੀਅਸਲੀ ਬਹੁਤ ਜ਼ਿਆਦਾ ਹੈ। ਤੁਸੀਂ ਦੇਖੋ ਦੁਬਈ ਹਰ ਸਾਲ ਲੱਖਾਂ ਇੰਡੀਅਨਸ ਦੁਬਈ ਜਾ ਰਹੇ ਹੈ। ਵਨ ਆਫ ਦਾ ਹਾਈਐਸਟ ਰੈਸੀਪੀਐਂਟਸ ਜੋ ਦੁਬਈ ਹੈਗਾ ਹੈ, ਦੇ ਆਰ ਕਮਿੰਗ ਫਰੋਮ ਇੰਡੀਆ, ਰਾਈਟ। ਉਸ ਤੋਂ ਬਾਅਦ UAE ਨੇ ਕਾਫੀ ਵਾਰ ਇੰਡੀਆ ਦੀ ਵੀ ਹੈਲਪ ਕੀਤੀ ਹੈ ਇੰਟਰਨੈਸ਼ਨਲ ਲੈਵਲ ਤੇ, ਜਿਵੇਂ ਤੁਸੀਂ ਕਹੋ ਗਲਫ ਕੋਆਪਰੇਸ਼ਨ ਕੰਟਰੀਜ਼ ਜਾਂ ਡਿਫਰੈਂਟ OIC, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼, ਠੀਕ ਹੈ। ਇਸ 'ਚ ਇੰਡੀਆ ਨੂੰ ਐਜ਼ ਅ ਚੀਫ ਗੈਸਟ ਐਂਟਰੀ ਦੇ ਲਈ ਐਟਲੀਸਟ ਇੰਨੇ ਸਾਲਾਂ ਤੋਂ ਇੰਡੀਆ ਨੂੰ ਇਸ 'ਚ ਪਾਰਟਿਸਿਪੇਟ ਨਹੀਂ ਕੀਤਾ ਜਾ ਰਿਹਾ ਸੀ, ਜਦਕਿ ਇਹ ਦੇਖੋ ਇਸਲਾਮਿਕ ਜਿੱਥੇ ਮੁਸਲਿਮ ਪੋਪੂਲੇਸ਼ਨ ਰਹਿ ਰਹੀ ਹੈ ਉਹਨਾਂ ਕੰਟਰੀਜ਼ ਦੀ ਆਰਗੇਨਾਈਜੇਸ਼ਨ ਹੈ। ਐਂਡ ਇੰਡੀਆ ਹੈਜ਼ ਵਨ ਆਫ ਦਾ ਹਾਈਐਸਟ ਮੁਸਲਿਮ ਪੋਪੂਲੇਸ਼ਨਸ ਇਨ ਦਾ ਵਰਲਡ, ਸਟਿਲ ਇੰਡੀਆ ਨੂੰ ਇਹਦਾ ਮੈਂਬਰ ਨਹੀਂ ਬਣਾਇਆ ਗਿਆ ਸੀ। ਬਟ UAE ਹੈਲਪਡ ਇੰਡੀਆ ਟੂ ਗੇਨ certain kind of participation in this organization lately, ਰਾਈਟ। ਸੋ ਇਸੇ ਤਰੀਕੇ ਨਾਲ ਕਹਿਣ ਦਾ ਮਤਲਬ ਹੈ ਇੰਡੀਆ UAE ਦੇ ਟਾਈਜ਼ ਜਿਹੜੇ ਆ ਕਾਫੀ ਡੂੰਘੇ ਨੇ। ਬਹੁਤ ਵੱਡਾ ਇੰਡੀਆ ਡਾਇਸਪੋਰਾ UAE 'ਚ ਰਹਿ ਰਿਹਾ ਹੈ। ਇੰਡੀਆ ਦੇ ਬਹੁਤ ਪੜ੍ਹੇ ਲਿਖੇ ਸਾਇੰਟਿਸਟ, IT ਐਕਸਪਰਟਸ, ਦੇ ਆਰ ਵਰਕਿੰਗ ਟੂ ਮੇਕ ਦੁਬਈ ਡਾਟਾ ਪਾਵਰਡ ਸਿਟੀ ਆਲਸੋ, ਕੰਟਰੀ ਆਲਸੋ, ਠੀਕ ਹੈ। ਸੋ ਇਸੇ ਲਈ ਬਹੁਤ ਡੂੰਘੇ ਟਾਈਜ਼ ਨੇ। ਤਾਂ ਹੁਣ ਰੀਸੈਂਟ ਜਿਹੜਾ ਸਭ ਤੋਂ ਲੇਟੈਸਟ MOU ਕਹਿ ਸਕਦੇ ਹੋ ਤੁਸੀਂ, ਜਿਹੜਾ ਸਾਈਨ ਹੋਇਆ ਹੈ ਬਿਟਵੀਨ ਦੀ ਐਜੂਕੇਸ਼ਨ ਮਿਨਿਸਟਰਸ ਆਫ ਬੋਥ ਦੀ ਸਾਈਡਸ, ਰਾਈਟ, ਟੂ ਸਟਰੈਂਥਨ ਐਜੂਕੇਸ਼ਨਲ ਕੋਆਪਰੇਸ਼ਨ, ਰਾਈਟ। ਤੋ ਇਸ 'ਚ ਕੀ ਕੀਤਾ ਜਾ ਰਿਹਾ ਹੈ ਕਿ ਐਜੂਕੇਸ਼ਨ ਦੇ ਲੈਵਲ ਤੇ ਦੇ ਵਿਲ ਬੀ ਕੋਲੈਬੋਰੇਟਿੰਗ। ਤੋ ਕਾਈਂਡ ਆਫ ਹੁਣ ਇੱਕ ਨੌਲੇਜ ਬ੍ਰਿਜ ਵੀ ਦੋਨਾਂ ਕੰਟਰੀਜ਼ ਦੇ ਵਿੱਚ ਬਣਾਇਆ ਜਾਏਗਾ। ਆਲਰੇਡੀ ਵੀ ਹੈਵ ਟ੍ਰੇਡ ਬ੍ਰਿਜ, ਟੂਰਿਜ਼ਮ ਬ੍ਰਿਜ, ਕਾਈਂਡ ਆਫ ਨਾਓ ਨੌਲੇਜ ਬ੍ਰਿਜ ਵਿਲ ਬੀ ਦੇਅਰ, ਤਾਂ ਕਿ UAE ਤੋਂ ਇੰਡੀਆ ਦੇ ਵਿੱਚ, ਇੰਡੀਆ ਤੋਂ UAE ਦੇ ਵਿੱਚ education ਦਾ exchange ਹੋ ਸਕੇ, right? Now this may include anything, exchange of students, right? Universities 'ਚ easy movement of students, ਇਸ ਤਰੀਕੇ ਨਾਲ ਐਜੂਕੇਸ਼ਨ ਦੇ ਸੈਕਟਰ ਵਿੱਚ ਕੋਈ ਵੀ ਇਨੀਸ਼ੀਏਟਿਵਸ ਇਹਦੇ ਅੰਡਰ ਲਿੱਤੇ ਜਾ ਸਕਦੇ ਹੈ। We will see that ਜਦੋਂ ਇਹਦੀਆਂ ਡਿਟੇਲਸ ਆਉਣਗੀਆਂ, ਬਟ ਹਜੇ ਲਈ ਆਪਣੇ ਲਈ ਇਹ ਇੱਕ ਪੁਆਇੰਟ ਯੂਜ਼ਫੁਲ ਹੋ ਸਕਦਾ ਹੈ ਅਗਰ IR 'ਚ ਆਪਾਂ ਨੂੰ ਕੋਈ ਕੁਐਸਚਨ ਆ ਜਾਏ ਇੰਡੀਆ UAE ਤੇ ਜਾਂ ਇੰਡੀਆ ਅਰਬ ਕੰਟਰੀਜ਼ ਤੇ, ਰਾਈਟ। ਸੋ ਕੀਪ ਇਟ ਇਨ ਰਿਟਨ ਵਿਦ ਯੂ। Second news ਹੈਗੀ ਹੈ, ਇੰਡੀਆ ਸਿੰਗਾਪੁਰ ਅਗਰੀ ਟੂ ਇਨਹਾਂਸ ਡਿਫੈਂਸ ਰਿਲੇਸ਼ਨਸ, ਰਾਈਟ। ਅਗੇਨ ਸਿੰਗਾਪੁਰ ਦੀ ਲੋਕੇਸ਼ਨ ਚੈੱਕ ਕਰੋ ਮੈਪ ਤੇ, ਵੇਅਰ ਇਜ਼ ਇਟ ਲੋਕੇਟਡ। ਬਹੁਤ ਹੀ ਸਟ੍ਰੈਟੇਜਿਕ ਲੋਕੇਸ਼ਨ ਤੇ ਲੋਕੇਟਡ ਹੈ ਸਿੰਗਾਪੁਰ ਦੇ। ਪੂਰੀ ਤੁਸੀਂ ਸਟੋਰੀ ਵੀ ਪੜ੍ਹੋ, ਬਹੁਤ ਹੀ ਇੰਸਪਾਇਰਿੰਗ ਕੇਸ ਸਟੱਡੀ ਹੈ। ਯੂ ਕੈਨ ਯੂਜ਼ ਇਟ ਇਨ ਯੋਰ ਐਸੇਜ਼ ਐਂਡ ਐਥਿਕਸ ਆਂਸਰਸ ਔਰ ਆਂਸਰ ਰਾਈਟਿੰਗ ਆਲਸੋ, ਤਾਂ ਉਹ ਵੀ ਪੜ੍ਹਨ ਦੀ ਟਰਾਈ ਕਰੋ, ਰਾਈਟ। ਮੈਂ ਆਪਦੀ ਕਲਾਸਿਸ 'ਚ ਤਾਂ ਬੱਚਿਆਂ ਨਾਲ ਸ਼ੇਅਰ ਕਰਦੀ ਹਾਂ। ਬਟ ਸੋ ਸਿੰਗਾਪੁਰ ਜਿਹੜੀ ਹੈ ਕਿ ਇੰਪੋਰਟੈਂਟ ਸਟ੍ਰੈਟੇਜਿਕ ਲੋਕੇਸ਼ਨ ਤੇ ਕੰਟਰੀ ਰਹੀ ਹੈ। ਇੰਡੀਆ ਨੇ ਸਿੰਗਾਪੁਰ ਨਾਲ ਅੱਛੇ ਟਾਈਜ਼ ਬਣਾਉਣ ਲਈ ਕਾਫੀ ਸਾਰੇ ਇਨੀਸ਼ੀਏਟਿਵਸ ਪਾਸਟ ਵਿੱਚ ਲਿੱਤੇ ਹੈ। ਅਗੇਨ ਟੂਰਿਜ਼ਮ ਜਿਹੜਾ ਹੈ ਬਹੁਤ ਹਾਈ ਹੈ ਦੋਨਾਂ ਕੰਟਰੀਜ਼ ਦੇ ਵਿੱਚ। ਟ੍ਰੇਡ ਇੰਪਰੂਵਮੈਂਟ 'ਚ ਵੀ ਕਾਫੀ ਜ਼ਿਆਦਾ ਦੋਨਾਂ ਕੰਟਰੀਜ਼ ਨੇ ਹੈਲਪ ਲਿੱਤਾ ਹੈ ਜਾਂ ਇੱਕ ਦੂਸਰੇ ਦਾ ਕੋਆਪਰੇਸ਼ਨ ਦਿੱਤਾ ਹੈ। ਡਾਇਸਪੋਰਾ ਐਲੀਮੈਂਟਸ ਬਹੁਤ ਹੈ। ਤਮਿਲ ਅਗਰ ਤੁਸੀਂ ਦੇਖੋ, ਸਿੰਗਾਪੁਰ ਦੀ ਥਰਡ ਲੈਂਗੁਏਜ ਵੀ ਹੈ। ਮਤਲਬ ਸਿੰਗਾਪੁਰ 'ਚ 3 ਐਥਨੀਸਿਟੀਜ਼ ਦੇ ਲੋਕ ਬਹੁਤ ਜ਼ਿਆਦਾ ਰਹਿੰਦੇ ਨੇ। ਵਨ ਇਜ਼ ਚਾਈਨੀਜ਼, ਸੈਕਿੰਡ ਇਜ਼ ਮਲੇਸ਼ੀਅਨ, ਮਲਾਈ ਲੋਕ, ਐਂਡ ਥਰਡ ਇਜ਼ ਤਮਿਲ, ਠੀਕ ਹੈ। ਸੋ ਉੱਥੇ 2 ਲੈਂਗੁਏਜ ਫਾਰਮੂਲਾ ਫੋਲੋ ਹੁੰਦਾ। ਹਰ ਕਿਸੇ ਨੂੰ ਇੰਗਲਿਸ਼ ਸਿੱਖਣੀ ਪੈਂਦੀ ਹੈ, ਕਾਮਨ ਲੈਂਗੁਏਜ, ਐਂਡ ਦੈਨ ਦੇਅਰ ਐਥਨੀਸਿਟੀ ਵਾਲੀ ਲੈਂਗੁਏਜ। ਚਾਈਨੀਜ਼ ਵਾਲੇ ਆਪਦੀ ਲੈਂਗੁਏਜ ਸਿੱਖ ਸਕਦੇ ਆ, ਮੈਂਡਰਿਨ,
ਐਂਡ ਮਲਾਈ ਐਂਡ ਤਮਿਲ, ਇਸ ਤਰੀਕੇ ਨਾਲ ਸਿਸਟਮ ਫੋਲੋ ਹੁੰਦਾ ਹੈ। ਕਾਫੀ ਆਰਗੇਨਾਈਜ਼ ਸਿਸਟਮ ਹੈ, ਅੱਛਾ ਸਿਸਟਮ ਹੈ। ਸੋ ਇੰਡੀਅਨ ਡਾਇਸਪੋਰਾ ਜਿਹੜਾ ਹੈ ਉੱਥੇ ਕਾਫੀ ਇੰਟੀਗ੍ਰੇਟ ਹੋ ਚੁੱਕਿਆ ਹੈ ਪ੍ਰੈਜ਼ੈਂਟ ਟਾਈਮ 'ਚ। ਬਹੁਤ ਸਾਰੇ ਸਟੂਡੈਂਟਸ ਇੰਡੀਆ 'ਚੋਂ ਸਿੰਗਾਪੁਰ ਜਾਂਦੇ ਹੈ ਫॉर ਹਾਇਰ ਸਟੱਡੀਜ਼। ਠੀਕ ਹੈ, ਤੁਸੀਂ ਇੰਟਰਨੈਸ਼ਨਲ ਆਰਟੀਕਲਸ ਵੀ ਪੜ੍ਹਦੇ ਹੋ ਸੀ ਰਾਜਾ ਮੋਹਨ ਸਾਹਿਬ ਦੇ on international relations. He is also, you know, belonging to a Singaporean university itself, right? So ਬਹੁਤ ਸਾਰੀ prominent personalities ਸਿੰਗਾਪੁਰ ਨਾਲ ਲਿੰਕਡ ਹੈ ਇੰਡੀਆ ਦੀਆਂ। ਸੋ ਹੁਣ ਇਸ ਰਿਲੇਸ਼ਨਸ਼ਿਪ ਵਿੱਚ ਲੇਟੈਸਟ ਡਿਵੈਲਪਮੈਂਟ ਕਿਆ ਹੋਈ ਹੈ? ਡਿਫੈਂਸ ਪਾਲਿਸੀ ਡਾਇਲੌਗਸ ਦੋਨਾਂ ਕੰਟਰੀਜ਼ ਦੇ ਵਿੱਚ ਹੁੰਦੇ ਰਹਿੰਦੇ ਹੈ। 15th ਡਿਫੈਂਸ ਪਾਲਿਸੀ ਡਾਇਲੌਗ ਹੋਇਆ ਹੈ। ਇਸ ਦੇ ਵਿੱਚ ਡਿਸਾਈਡ ਕੀਤਾ ਗਿਆ ਹੈ ਕਿ ਡਿਫੈਂਸ ਦੇ ਸੈਕਟਰ ਵਿੱਚ ਕੋਲੈਬੋਰੇਸ਼ਨ ਨੂੰ ਅੱਗੇ ਵਧਾਇਆ ਜਾਏਗਾ। ਬਾਇਲੇਟਰਲ ਐਕਸਰਸਾਈਜ਼ਸ ਵਧਾਈਆਂ ਜਾਣਗੀਆਂ। ਸਰਵਿਸ ਟੂ ਸਰਵਿਸ ਇੰਟਰੈਕਸ਼ਨਸ ਵਧਾਈਆਂ ਜਾਣਗੀਆਂ। ਮਤਲਬ ਡਿਫੈਂਸ ਸੈਕਟਰ ਵਿੱਚ ਜਿਹੜਾ ਸਰਵਿਸਿੰਗ ਦਾ ਕੰਮ ਹੈ ਉਸ ਵਿੱਚ ਇਹ ਅੱਗੇ ਕੋਆਪਰੇਸ਼ਨ ਵਧਾਉਣਗੇ, ਰਾਈਟ। ਫਿਊਚਰ ਵਿੱਚ ਸਾਈਬਰ ਸਿਕਿਉਰਿਟੀ ਵਗੈਰਾ ਵਾਲੇ ਏਰੀਆਜ਼ 'ਚ ਵੀ ਕੋਆਪਰੇਸ਼ਨ ਵਧਾਈ ਜਾ ਸਕਦੀ ਹੈ, ਰਾਈਟ। ਸੋ ਇਹ ਬਰੀਫ ਪੁਆਇੰਟ ਲਿਖ ਕੇ ਰੱਖ ਸਕਦੇ ਹੋ। ਇੰਡੋ ਪੈਸੀਫਿਕ ਦੇ ਨਾਲ ਰਿਲੇਟਡ ਕੋਈ ਕੁਐਸਚਨ ਆਵੇ, ਸਾਊਥ ਚਾਈਨਾ ਸੀ ਨਾਲ ਰਿਲੇਟਡ ਕੋਈ ਕੁਐਸਚਨ ਆਵੇ, ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ, ਰਾਈਟ। Next news item, 39 complaints of child marriage in Kurukshetra in 30 months, right? So ਦੇਖੋ ਚਾਈਲਡ ਮੈਰਿਜ ਜਿਹੜਾ ਹੈ ਇੱਕ ਬਹੁਤ ਹੀ ਵੱਡਾ ਤੁਸੀਂ ਕਹਿ ਸਕਦੇ ਹੋ ਸੋਸ਼ਲ ਇਸ਼ੂ ਹੈ ਜਿਹੜਾ ਡਿਵੈਲਪਡ ਇੰਡੀਆ ਜਾਂ ਡਿਵੈਲਪਿੰਗ ਇੰਡੀਆ ਦੇ ਵਿੱਚ ਆਪਾਂ ਫੇਸ ਕਰਦੇ ਹਾਂ। ਜਗ੍ਹਾ ਜਗ੍ਹਾ ਤੋਂ ਚਾਈਲਡ ਮੈਰਿਜ ਨੂੰ ਰਿਮੂਵ ਕਰਨ ਦੇ ਐਫਰਟਸ ਬਹੁਤ ਕੀਤੇ ਜਾ ਰਹੇ ਆ, ਬਟ ਸਟਿਲ ਇਹੋ ਜਿਹੇ ਕੇਸਿਸ ਸਾਹਮਣੇ ਆਉਂਦੇ ਆ ਟਾਈਮ ਐਂਡ ਅਗੇਨ ਵਿਚ ਸ਼ੋ ਅਸ ਕਿ ਹਜੇ ਵੀ ਇਹ ਮਿਨਾਸ ਜਿਹੜਾ ਹੈ ਕਾਫੀ ਹਾਈ ਹੈ, ਰਾਈਟ। ਸੋ ਇਹ ਤੁਸੀਂ ਕੁਰੂਕਸ਼ੇਤਰਾ ਦੀ ਐਗਜ਼ਾਮਪਲ ਜਿਹੜੀ ਆਪਦੇ ਆਨਸਰਸ 'ਚ ਲਿਖ ਸਕਦੇ ਹੋ। 39 ਕੰਪਲੇਂਟਸ ਆਫ ਚਾਈਲਡ ਮੈਰਿਜ ਵਰ ਫਾਈਲਡ। ਇਸ 'ਚੋਂ 18 ਚਾਈਲਡ ਮੈਰਿਜਸ ਜਿਹੜੀਆਂ ਇਹ ਰੋਕ ਦਿੱਤੀਆਂ ਗਈਆਂ ਸੀ ਹੁਣ ਤੋਂ ਪਹਿਲਾਂ ਹੀ। 10 ਜਿਹੜੀਆਂ ਉਹ ਜ਼ਰੂਰ ਸੋਲਮਨਾਈਜ਼ ਹੋ ਗਈਆਂ ਸੀ, ਪਰ ਉਹਨਾਂ ਦੇ ਅਗੇਂਸਟ FIR ਫਾਈਲ ਕੀਤੀ ਗਈ ਹੈ, राइट। एक ऑफेंस ਹੁੰਦਾ है चाइल्ड मैरिज, इसलिए FIR फाइल करना जरूरी है। FIR has been filed to end those marriages and ensure welfare of the child, right। ਸੋ ਇਹ ਕਿਉਂ ਹੁੰਦਾ ਹੈ? ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਹੈ, ਬਟ ਬੇਸਿਕ ਕਾਰਨ ਇਹੀ ਹੁੰਦਾ ਹੈ ਕਿ ਪੂਅਰ ਫਾਈਨੈਂਸ਼ੀਅਲ ਕੰਡੀਸ਼ਨਸ ਹੁੰਦੀਆਂ, ਲਿਟਰੇਸੀ ਲੈਵਲਸ ਘੱਟ ਹੁੰਦੇ ਹੈ। ਗਰਲ ਚਾਈਲਡ ਨੂੰ ਲੈ ਕੇ ਸਪੈਸ਼ਲੀ ਕੰਸਰਨਸ ਕਾਫੀ ਹੁੰਦੇ ਹੈ ਕਿ ਫਿਊਚਰ 'ਚ ਡਾਊਰੀ ਵਗੈਰਾ ਬਹੁਤ ਦੇਣਾ ਪਊਗਾ। ਇਸੇ ਲਈ ਹੁਣ ਪ੍ਰੈਜ਼ੈਂਟ ਸਟੇਟਸ ਤੇ ਅਗਰ ਕੋਈ ਵੀ ਵੱਡਾ ਬੰਦਾ ਆਫਰ ਕਰਦਾ ਹੈ ਟੂ ਮੈਰੀ ਦ ਯੰਗਰ ਦ ਟੀਨੇਜ ਗਰਲ ਚਾਈਲਡ, ਤਾਂ ਲੋਕ ਵਿਆਹ ਕਰ ਦਿੰਦੇ ਹੈ, ਰਾਈਟ। ਸੋ ਇਸ ਤਰੀਕੇ ਦੇ ਰੀਜ਼ਨਾਂ ਕਰਕੇ ਚਾਈਲਡ ਮੈਰਿਜਸ ਜਿਹੜੀਆਂ ਹਜੇ ਵੀ ਬਹੁਤ ਪ੍ਰੋਮੀਨੈਂਟ ਹੈ। ਇਹਦੇ ਕੁਐਸਚਨ ਵੀ ਕਾਫੀ ਇੰਪੋਰਟੈਂਟ ਆ ਸਕਦਾ ਹੈ। ਸੋ ਆਈ ਹੈਵ ਪ੍ਰੀਪੇਅਰਡ ਅ ਕੁਐਸਚਨ ਫॉर ਯੂ, ਜਸਟ ਰਾਈਟ ਇਟ ਵਿਦ ਯੂ। ਐਂਡ despite several efforts and programs, child marriage in certain parts of India are still rampant. Discuss the reasons and the way forward, right? A question you have the liख लो, try to write an answer to this question and you can post it either in the comment section or you can also send it at this number. We will evaluate the answer for you। ਤੁਹਾਡੀ answer writing practice ਵੀ ਚੱਲਦੀ ਰਹੇਗੀ। So do write this answer। You can use the case study of Kurukshetra or any other case that you know, right? ਉਸ ਤੋਂ ਬਾਅਦ ਮਹੂਆ ਮਲਹੋਤਰਾ ਦਾ ਕੇਸ ਚੱਲ ਰਿਹਾ ਹੈ। ਸੋ ਐਥਿਕਸ ਕਮੇਟੀ ਬਾਰੇ ਆਪਾਂ ਥੋੜਾ ਸਿੱਖ ਲੈਣੇ ਹੈ, ਕਿਉਂਕਿ ਪ੍ਰੀਲਿਮਸ 'ਚ ਕੁਐਸਚਨ ਆ ਸਕਦਾ ਹੈ ਪੰਜਾਬ ਪੀਸੀਐਸ ਐਂਡ ਇਵਨ UPSC ਵਿੱਚ ਅਗਰ ਇਹ ਇੰਨਾ ਨਿਊਜ਼ 'ਚ ਰਿਹਾ ਹੈ। ਸੋ ਦੇਖੋ ਐਥਿਕਸ ਕਮੇਟੀ ਦੀ ਅਗਰ ਤੁਸੀਂ ਐਵੋਲਿਊਸ਼ਨ ਦੇਖੋ 1996 ਦੇ ਅਰਾਊਂਡ ਪਹਿਲਾਂ ਇਹ ਪ੍ਰਪੋਜ਼ਲ ਦਿੱਤਾ ਗਿਆ ਸੀ ਕਿ ਐਥਿਕਸ ਕਮੇਟੀ ਨਾਮ ਦੀ ਕਮੇਟੀ ਹੋਣੀ ਚਾਹੀਦੀ ਹੈ ਲੋਕ ਸਭਾ ਵਿੱਚ ਟੂ ਚੈੱਕ ਦੀ ਕੰਡਕਟ ਆਫ ਦੀ ਮਿਨਿਸਟਰਸ, ਬਟ ਕਾਫੀ ਡਿਸਕਸ਼ਨ ਚੱਲਦੀ ਰਹੀ। 1997 ਵਿੱਚ ਫਿਰ ਪ੍ਰਪੋਜ਼ਲ ਆਇਆ, ਦੈਨ 2000 ਦੇ ਵਿੱਚ ਅਗੇਨ ਪ੍ਰਪੋਜ਼ਲ ਆਇਆ। ਸੋ ਅਗੇਨ ਐਂਡ ਅਗੇਨ ਪ੍ਰਪੋਜ਼ਲਸ ਆਉਂਦੇ ਰਹੇ, ਬਟ ਇਹ ਐਕਚੁਅਲੀ ਫਸਟ ਟਾਈਮ ਕਨਸਟੀਟਿਊਟ ਕੀਤੀ ਗਈ ਔਨ ਐਡਹੌਕ ਬੇਸਿਸ। ਐਡਹੌਕ ਮਤਲਬ ਟੈਂਪਰੇਰੀ ਬੇਸਿਸ ਤੇ ਇਹ ਫਸਟ ਟਾਈਮ ਕ੍ਰੀਏਟ ਕੀਤੀ ਗਈ ਸੀ 2000 ਵਿੱਚ। 2000 ਦੇ ਵਿੱਚ ਐਡਹੌਕ ਬੇਸਿਸ ਤੇ ਸਪੀਕਰ ਨੇ, ਮਤਲਬ ਇਸ ਸੈਸ਼ਨ ਲਈ ਮੈਂ ਬਣਾ ਰਹੀ ਹਾਂ ਇਸ ਤਰੀਕੇ ਨਾਲ ਕਹਿ ਕੇ ਉਹਨਾਂ ਨੇ ਕੰਡਕਟ ਕੀਤੀ। ਇਹ ਪਰਮਾਨੈਂਟ ਬੋਡੀ ਦੀ ਤਰ੍ਹਾਂ, ਪਰਮਾਨੈਂਟ ਕਮੇਟੀ ਦੀ ਤਰ੍ਹਾਂ ਐਸਟੈਬਲਿਸ਼ ਹੋਈ 2015 ਦੇ ਵਿੱਚ, ਰਾਈਟ। ਮਤਲਬ ਹੁਣ ਹਰ ਸਾਲ ਲੋਕ ਸਭਾ ਦੇ ਵਿੱਚ ਇਹ ਐਥਿਕਸ ਕਮੇਟੀ ਬਣਾਈ ਜਾਂਦੀ ਹੈ, ਰਾਈਟ। ਇਹ ਸਿਰਫ ਸਿਰਫ MPs ਨਾਲ ਰਿਲੇਟਡ ਕੇਸਿਸ ਜਿਹੜੇ ਹੈ ਉਹ ਲੈਂਦੀ ਹੈ, ਰਾਈਟ। 1 ਈਅਰ ਦਾ ਇਹਦਾ ਟੈਨਿਓਰ ਹੁੰਦਾ ਹੈ। ਹਰ ਸਾਲ ਮਤਲਬ ਇਹਦੇ ਮੈਂਬਰਸ ਜਿਹੜੇ ਹੈ ਚੇਂਜ ਕਰ ਸਕਦੇ ਹਾਂ ਆਪਾਂ। ਅਗਰ ਕੋਈ ਵੀ ਕੰਪਲੇਂਟ ਹੈ ਅਗੇਂਸਟ ਐਨ MP, ਉਹ ਆਪਾਂ ਐਥਿਕਸ ਮਿਸਕੰਡਕਟ ਦੀ ਕੋਈ ਵੀ ਕੰਪਲੇਂਟ ਹੈ ਉਹ ਇਸ ਐਥਿਕਸ ਕਮੇਟੀ ਵਿੱਚ ਫਾਈਲ ਕੀਤੀ ਜਾ ਸਕਦੀ ਹੈ, ਰਾਈਟ। ਸੋ ਇਹ ਬੇਸਿਕ ਇਨਫੋਰਮੇਸ਼ਨ ਹੈ, ਥੋੜੀ ਜਿਹੀ ਪਤਾ ਹੋਣੀ ਚਾਹੀਦੀ ਹੈ।
इस ते प्रीलिम्स ਦੇ क्वेश्चंस बन सकते हैं, right? You can also check who is the chairman of this committee. Chairman कौन ਹੁੰਦਾ है, कौन अपॉइंट करता है, just check that in your Lakshmikant book, you will get all these details, right? ਉਸ ਤੋਂ ਬਾਅਦ ਪੀਐਮ ਲॉर्ड्स ਯੂਨੈਸਕੋ ਟਾਈਟਲ ਫॉर ਕੋਜ਼ੀਕੋਡ ਐਂਡ ਗਵਾਲੀਅਰ। ਕੋਜ਼ੀਕੋਡ ਕੇਰਲਾ ਦੀ ਇੰਪੋਰਟੈਂਟ ਸਿਟੀ ਹੈ, ਗਵਾਲੀਅਰ ਐਮਪੀ ਦੀ ਸਿਟੀ ਹੈ। ਇਹਨਾਂ ਦੋਨਾਂ ਨੂੰ ਸਿਟੀਜ਼ ਕ੍ਰੀਏਟਿਵ ਸਿਟੀਜ਼ ਨੈਟਵਰਕ ਆਫ ਯੂਨੈਸਕੋ ਵਿੱਚ ਐਡ ਕੀਤਾ ਗਿਆ ਹੈ ਬਾਈ ਯੂਨੈਸਕੋ। ਯੂਨੈਸਕੋ ਨੇ ਲੇਟੈਸਟ ਆਪਦੀ ਇਸ ਸਾਲ ਦੀ ਲਿਸਟ ਜਿਹੜੀ ਹੈ ਕ੍ਰੀਏਟਿਵ ਸਿਟੀਜ਼ ਆਫ ਦੀ ਵਰਲਡ ਦੀ ਰਿਲੀਜ਼ ਕੀਤੀ ਹੈ, ਜਿਸ 'ਚ 55 ਟੋਟਲ ਸਿਟੀਜ਼ ਨੂੰ ਇੰਟਰੋਡਿਊਸ ਕੀਤਾ ਹੈ ਇਹਨਾਂ ਨੇ। ਉਹਨਾਂ 'ਚੋਂ 2 ਇੰਡੀਅਨ ਸਿਟੀਜ਼ ਵੀ ਇੰਟਰੋਡਿਊਸ ਹੋਈਆਂ, ਦੈਟ ਇਜ਼ ਕੋਜ਼ੀਕੋਡ ਐਂਡ ਗਵਾਲੀਅਰ, ਰਾਈਟ। ਇਹਨੂੰ ਯਾਦ ਕਰਨ ਲਈ ਦੇਖੋ, ਗਵਾਲੀਅਰ ਨੂੰ ਸਿਟੀ ਆਫ ਮਿਊਜ਼ਿਕ ਦਾ ਖਿਤਾਬ ਮਿਲਾ ਗਿਆ ਹੈ। ਤੁਹਾਨੂੰ ਅਗਰ ਤੁਸੀਂ ਹਿੰਦੁਸਤਾਨੀ ਮਿਊਜ਼ਿਕ, ਇੰਡੀਅਨ ਕਲਾਸਿਕਲ ਮਿਊਜ਼ਿਕ ਬਾਰੇ ਪੜ੍ਹਿਆ ਹੈ ਆਰਟ ਐਂਡ ਕਲਚਰ ਵਿੱਚ, ਹਿੰਦੁਸਤਾਨੀ ਮਿਊਜ਼ਿਕ ਤੁਸੀਂ ਪੜ੍ਹਿਆ ਹੋਣਾ ਹੈ। ਹਿੰਦੁਸਤਾਨੀ ਮਿਊਜ਼ਿਕ ਦੇ ਕਾਫੀ ਸਾਰੇ ਘਰਾਣੇ ਹੁੰਦੇ ਹੈ, ਰਾਈਟ। ਉਹਨਾਂ ਚੋਂ ਇੱਕ ਘਰਾਣਾ ਗਵਾਲੀਅਰ ਘਰਾਣਾ ਵੀ ਹੈ, ਰਾਈਟ। ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ। ਗਵਾਲੀਅਰ ਹੈਜ਼ ਬੀਨ ਟ੍ਰੈਡੀਸ਼ਨਲੀ ਫੇਮਸ ਫॉर ਇਟਸ ਮਿਊਜ਼ਿਕ ਐਂਡ ਨਾਓ ਇਟ ਹੈਜ਼ ਗॉट ਦੀ ਟਾਈਟਲ ਆਫ ਸਿਟੀ ਆਫ ਮਿਊਜ਼ਿਕ ਐਜ਼ ਵੈਲ, राइट। कोझिकोड केरला, केरला च हाईएस्ट लिटरेसी रेट्स रहते हैं, पढ़े लिखे लोग बहुत ज्यादा है, राइट। एजुकेशन का ट्रेंड बहुत ज्यादा है, सिटी ऑफ लिटरेचर इन्हें बनना ही सीगा, राइट। दिस इज हाउ यू कैन लर्न द इन्फॉर्मेशन। इन्नी इन्फॉर्मेशन होंगी है, याद किवें किता जावे, है ना। दिस इज वन वे, ठीक है। यही ट्रिक्स एंड टिप्स मैं तुहानू मेंटरशिप प्रोग्राम च भी सिखा रही है, बहुत ही इलैबोरेट हर चीज दी ट्रिक्स एंड टिप्स। तो इसीलिए वो मेंटरशिप करना कैसे है प्रोग्राम नु कंसिडर करो, दैट इज गोइंग टू हेल्प यू अलॉट इन स्ट्रीमलाइनिंग योर प्रिपरेशन। याद करना, इंफॉर्मेशन नोट्स बनाना, सब चीज जो हेल्प करेगी, राइट। सो इन्हें याद रखो, प्रीलिम्स विच आ सकता है। लास्ट है मैसिव डाटा ब्रीच। तो रिसेंटली अमेरिकन साइबर सिक्योरिटी फर्म री सिक्योरिटी ने यह इन्फॉर्मेशन बाहर लियाई है कि ऑलमोस्ट 81.5 करोड़ इंडियंस दी ਆਧਾਰ ਕਾਰਡ ਦੀ ਇਨਫੋਰਮੇਸ਼ਨ ਜਿਹੜੀ ਹੈ ਡਾਰਕ ਵੈਬ ਤੇ ਈਜ਼ੀਲੀ ਸੇਲ ਲਈ ਪਈ ਹੈ, ਰਾਈਟ। ਨਾਓ ਇਹ ਬਹੁਤ ਹੀ ਕੰਸਰਨਿੰਗ ਸਿਚੁਏਸ਼ਨ ਹੈ ਕਿ ਸਾਡਾ ਡਾਟਾ ਜਿਹੜਾ ਹੈ ਉਹ ਵੀ ਆਧਾਰ ਦਾ, ਜਿਸ 'ਚ ਸਾਡਾ ਫੋਨ ਨੰਬਰ, ਸਾਡੀ ਪ੍ਰਾਈਵੇਟ ਬਾਇਓਮੈਟ੍ਰਿਕ ਡਿਟੇਲਸ, ਸਾਡਾ ਐਵਰੀਥਿੰਗ ਯੂ ਕੈਨ ਸੇ, ਸਾਡੀ ਪੂਰੀ ਆਇਡੈਂਟੀਟੀ ਉਹਦੇ ਵਿੱਚ ਹੈ, ਤੇ ਉਹ ਓਪਨਲੀ ਕਿਸੇ ਦੇ ਲਈ, ਕਿਸੇ ਕੰਟਰੀ, ਕਿਸੇ ਟੈਰਰਿਸਟ ਆਰਗੇਨਾਈਜੇਸ਼ਨ, ਸਭ ਦੇ ਲਈ ਓਪਨਲੀ ਅਵੇਲੇਬਲ ਹੈ। ਤਾਂ ਇਹਦੇ ਨਾਲ ਆਪਣੇ ਅਗੇਂਸਟ ਕਿਸੇ ਵੀ ਤਰੀਕੇ ਦਾ ਫਰਾਡ ਜਾਂ ਕੁਛ ਵੀ ਹੋ ਸਕਦਾ ਹੈ, ਠੀਕ ਹੈ। ਕਾਫੀ ਜ਼ਿਆਦਾ ਸਿਕਿਉਰਿਟੀ ਕੰਸਰਨ ਹੈ ਵੱਡਾ, ਰਾਈਟ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਡਾਟਾ ਪ੍ਰਾਈਵੇਸੀ ਜਿਹੜਾ ਹੈ ਸਾਡਾ ਫੰਡਾਮੈਂਟਲ ਰਾਈਟ ਹੈ। ਯੂ ਵਿਲ ਟੈਲ ਮੀ ਕਿ ਕਿਸ ਕੇਸ ਦੇ ਅੰਡਰ ਇਹ ਫੰਡਾਮੈਂਟਲ ਰਾਈਟ ਡਿਕਲੇਅਰ ਕੀਤਾ ਗਿਆ ਸੀ, ਐਂਡ ਅੰਡਰ ਵਿਚ ਆਰਟੀਕਲ ਇਟ ਵਾਸ ਡਿਕਲੇਅਰਡ ਐਜ਼ ਦੀ ਫੰਡਾਮੈਂਟਲ ਰਾਈਟ, ਰਾਈਟ। ਸੋ ਇਹ ਜੇ ਕੁਐਸਚਨ ਹੀ ਆਣਗੇ ਪ੍ਰੀਲਿਮਸ, ਇਫ ਯੂ ਆਰ ਨਾਟ ਏਬਲ ਟੂ ਆਂਸਰ ਇਟ ਨਾਓ, then you need to reconsider the levels of your preparation also, ठीक है। यही मैं कह रही हूँ, टेस्ट लो, इसी तरीके नाल टेस्ट ਤੁਹਾਡੇ ਤੋਂ ਸਵਾਲ ਰਿਪੀਟਡਲੀ ਪੁੱਛੇਗਾ, ਐਂਡ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਕਿੰਨੀ ਰਿਵੀਜ਼ਨ ਦੀ ਜ਼ਰੂਰਤ ਹੈ, ਰਾਈਟ। ਸੋ ਇਸੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਰੂਰੀ ਹੈ ਕਿ ਇੰਡੀਆ ਆਪਦੇ ਡੇਟਾ ਦੀ जो है ज़्यादा सिक्योरिटी बना सके, राइट। कोविड टेस्ट जिन्होंने कराए सी विद ICMR, जिन्होंने रजिस्टर कराया सी, ये कहा जा रहा है कि उत्थों ये डाटा जिहड़ा है लीक होया है। ICMR ਦਾ डाटा चुरा के किसी ने डार्क वैब ਤੇ ਸੇਲ ਲਈ ਪਾ ਦਿੱਤਾ ਹੈ, ਰਾਈਟ। ਸੋ ਇਹਦੇ ਨਾਲ ਆਪਣੇ ਸਿਟੀਜ਼ਨਸ ਦੀ ਸੇਫਟੀ ਤੇ ਪ੍ਰਾਈਵੇਸੀ ਤੇ ਕੰਸਰਨ ਉੱਠ ਰਹੇ ਨੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਡਾਟਾ ਪ੍ਰੋਟੈਕਸ਼ਨ ਲਈ ਇੰਡੀਆ ਜਿਹੜਾ ਹੈ ਕਾਫੀ ਸਟੈਪਸ ਲਏ। ਇਹ ਸਾਡਾ ਫੰਡਾਮੈਂਟਲ ਰਾਈਟ ਹੈ। ਵੀ ਡੋਂਟ ਵਾਂਟ ਕਿ ਡਾਟਾ ਸਾਡਾ ਇਸ ਤਰੀਕੇ ਨਾਲ ਪਲੇ ਕੀਤਾ ਜਾਵੇ, ਰਾਈਟ। ਸੋ ਇਹ ਲਿਖ ਸਕਦੇ ਹੋ ਤੁਸੀਂ ਆਪਦੇ ਕੋਲ ਐਜ਼ ਐਨ ਐਗਜ਼ਾਮਪਲ, ਇਹਨੂੰ ਡਾਟਾ ਰਿਲੇਟਡ ਐਸੇਸ ਤੇ ਕੁਐਸਚਨਸ 'ਚ ਯੂਜ਼ ਕੀਤਾ ਜਾ ਸਕਦਾ ਹੈ, right? So that is all for this discussion. If you have any doubt, query, you want to discuss with me or preparation, just message us on this number. We'll be there to help you. That is all. Thank you so much for joining.